Hello students, how are you? Welcome to your botany lecture. Beta, today we will start water potential. Water potential is denoted by psi, psi. It is a Greek letter and its unit is Pascal, capital P, small a. Now, what is water potential? So, water potential is a potential of water molecule to do some work. Means ਕਿ ਵਾਟਰ ਮੋਲੀਕਿਊਲਸ ਦੇ ਵਿੱਚ ਕੋਈ એનર્ਜੀ ਹੁੰਦੀ ਆ ਜਾਂ ਕਪੈਸਿਟੀ ਹੁੰਦੀ ਆ ਟੂ ਡੂ ਵਰਕ ਕੀ ਕਰਨਾ ਆ ਮੂਵ ਕਰਨਾ ਆ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਜਾਂ ਫਿਰ ਇਨ ਅ ਬੀਕਰ ਜੇਕਰ ਅਸੀਂ ਹੁਣ ਗੱਲ ਕਰੀਏ ਸਪੋਜ਼ ਆ ਇੱਕ ਬੀਕਰ ਦੇ ਵਿੱਚ ਵਾਟਰ ਫਿਲਡ ਆ ਇਹ ਵਾਟਰ ਮੋਲੀਕਿਊਲਸ ਜਿਹੜੇ ਆ ਮੂਵ ਕਰਦੇ ਆ ਰੈਂਡਮਲੀ ਇੱਧਰ ਉੱਧਰ ਰਾਈਟ ਲੈਫਟ ਤਾਂ ਵਾਟਰ ਮੋਲੀਕਿਊਲ ਦੇ ਵਿੱਚ ਐਨਰਜੀ ਹੁੰਦੀ ਆ ਕਾਈਨੈਟਿਕ ਐਨਰਜੀ ਜਾਂ ਫਿਰ ਅਸੀਂ ਉਹਨੂੰ ਫ੍ਰੀ ਐਨਰਜੀ ਵੀ ਕਹਿੰਦੇ ਹਾਂ ਅਤੇ ਵਿਦ ਦੈਟ ਐਨਰਜੀ ਦੇ ਕੈਨ ਮੂਵ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਤਾਂ ਹੁਣ ਪਿਓਰ ਵਾਟਰ ਦੇ ਪਿਓਰ ਵਾਟਰ ਵਿੱਚ ਮੈਕਸੀਮਮ ਵਾਟਰ ਮੋਲੀਕਿਊਲਸ ਹੁੰਦੇ ਆ ਅਗਰ ਮੈਕਸੀਮਮ ਵਾਟਰ ਮੋਲੀਕਿਊਲਸ ਆ ਮਤਲਬ ਉਹਨਾਂ ਦੇ ਵਿੱਚ ਐਨਰਜੀ ਵੀ ਮੈਕਸੀਮਮ ਆ ਮਤਲਬ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਵੀ ਮੈਕਸੀਮਮ ਆ ਟੂ ਮੂਵ ਕਰਨ ਲਈ ਜਾਂ ਟੂ ਵਰਕ ਕਰਨ ਲਈ ਤਾਂ ਅਸੀਂ ਕਹਿ ਸਕਦੇ ਹਾਂ ਕਿ ਪਿਓਰ ਵਾਟਰ ਦਾ ਜਿਹੜਾ ਪੋਟੈਂਸ਼ੀਅਲ ਆ ਵਾਟਰ ਪੋਟੈਂਸ਼ੀਅਲ ਆ ਉਹ ਮੈਕਸੀਮਮ ਆ ਹੁਣ ਜੇ ਅਸੀਂ ਇਹਨੂੰ ਡਿਫਾਈਨ ਕਰਨਾ ਹੋਵੇ ਤਾਂ ਵਾਟਰ ਪੋਟੈਂਸ਼ੀਅਲ ਕੀ ਆ ਇਜ਼ ਦਾ ਪੋਟੈਂਸ਼ੀਅਲ ਐਨਰਜੀ ਆਫ ਵਾਟਰ ਪਰ ਯੂਨਿਟ ਵੋਲਿਊਮ ਕਿ ਜਿਵੇਂ ਅਸੀਂ ਹੁਣ ਆਹ ਬੀਕਰ ਇੱਕ ਵੋਲਿਊਮ ਹੋ ਗਿਆ ਕਿ ਕਿੰਨੇ ਲੀਟਰ ਅਸੀਂ ਬੀਕਰ ਦੇ ਵਿੱਚ ਪਾਣੀ ਲਿਆਇਆ ਕਿੰਨੇ ਉਹਦੇ ਵਾਟਰ ਮੋਲੀਕਿਊਲਸ ਆ ਅਤੇ ਉਹ ਇੱਧਰ ਉੱਧਰ ਮੂਵ ਕਰ ਰਹੇ ਆ ਤਾਂ ਕਿੰਨੀ ਕੁ ਐਨਰਜੀ ਲੱਗੀ ਇਹ ਐਕਚੁਅਲੀ 'ਚ ਇਹਨੂੰ ਅਸੀਂ ਕਹਿੰਦੇ ਹਾਂ ਵਾਟਰ ਪੋਟੈਂਸ਼ੀਅਲ ਹੁਣ ਵਾਟਰ ਪੋਟੈਂਸ਼ੀਅਲ ਨੂੰ ਜੇ ਅਸੀਂ ਬੋਟਨੀ ਦੀ ਭਾਸ਼ਾ ਦੇ ਵਿੱਚ ਬਾਇਓ ਦੀ ਭਾਸ਼ਾ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਸਪੋਜ਼ ਆਹ ਇੱਕ ਸੈੱਲ ਆ ਇਸ ਸੈੱਲ ਨੂੰ ਆਪਾਂ ਪਿਓਰ ਵਾਟਰ ਦੇ ਵਿੱਚ ਰੱਖਿਆ ਆ ਹੁਣ ਸੈੱਲ ਦੇ ਅੰਦਰ ਜਿਹੜਾ ਵਾਟਰ ਆ ਅਤੇ ਸੈੱਲ ਦੇ ਜਿਹੜੇ ਬਾਹਰ ਵਾਟਰ ਆ ਇਹ ਵਾਟਰ ਓਬਵੀਅਸ ਇਹਦੇ ਵਿੱਚ ਕੁਛ ਮਿਕਸ ਨਹੀਂ ਹੈਗਾ ਇਹ ਪਿਓਰ ਵਾਟਰ ਆ ਔਰ ਅੰਦਰ ਜਿਹੜਾ ਸੈੱਲ ਦੇ ਅੰਦਰ ਵਾਟਰ ਹੈਗਾ ਆ ਉਹ ਸੋਲਿਊਸ਼ਨ ਮਤਲਬ ਇਹਦੇ ਵਿੱਚ ਹੋਰ ਵੀ ਚੀਜ਼ਾਂ ਮਿਕਸਡ ਹੋਣਗੀਆਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਜਿਹੜੇ ਬਾਹਰ ਪਿਓਰ ਵਾਟਰ ਦੇ ਵਿੱਚ ਜਿਹੜੇ ਵਾਟਰ ਮੋਲੀਕਿਊਲਸ ਆ ਉਹਨਾਂ ਦੀ ਐਨਰਜੀ ਪਲੱਸ ਜਿਹੜੇ ਸੈੱਲ ਦੇ ਅੰਦਰ ਵਾਟਰ ਮੋਲੀਕਿਊਲਸ ਆ ਉਹਨਾਂ ਦੇ ਵਿੱਚ ਕਿੰਨੀ ਕਪੈਸਿਟੀ ਆ ਕੰਮ ਕਰਨ ਦੀ ਜਾਂ ਉਹਨਾਂ ਦੀ ਐਨਰਜੀ ਇਹ ਦੋਨੋਂ ਵਾਟਰ ਮੋਲੀਕਿਊਲਸ ਬਾਹਰ ਔਰ ਅੰਦਰ ਵਾਟਰ ਮੋਲੀਕਿਊਲਸ ਦੀ ਐਨਰਜੀ ਦੇ ਵਿੱਚ ਜਿਹੜਾ ਡਿਫਰੈਂਸ ਆ ਉਹ ਡਿਫਰੈਂਸ ਹੁੰਦਾ ਆ ਵਾਟਰ ਪੋਟੈਂਸ਼ੀਅਲ the difference between the free energy of a water molecule in pure system for example water in ਕਹਿ ਲਓ ਕਿ solution ਅਤੇ ਇੱਕ ਸੋਲਵੈਂਟ ਬਾਹਰ ਹੋ ਗਿਆ ਅਤੇ ਅੰਦਰ ਸੋਲਿਊਸ਼ਨ ਹੋ ਗਿਆ ਸੋਲਿਊਸ਼ਨ ਕੀ ਹੁੰਦਾ ਆ ਵਾਟਰ 'ਚ ਅਗਰ ਕੋਈ ਸੋਲਿਊਟ ਮਿਕਸ ਹੋ ਜਾਵੇ ਤਾਂ ਉਹ ਸੋਲਿਊਸ਼ਨ ਹੋ ਗਿਆ ਸਿੰਪਲੀ ਪਿਓਰ ਵਾਟਰ ਰਵੇ ਜਿਹਦੇ ਵਿੱਚ ਕੋਈ ਮਿਕਸਿੰਗ ਕੋਈ ਚੀਜ਼ ਹੋਰ ਮਿਕਸ ਨਾ ਹੋਈ ਹੋਵੇ ਉਹਨੂੰ ਅਸੀਂ ਸੋਲਵੈਂਟ ਕਹਿੰਦੇ ਹਾਂ ਤਾਂ ਸੋਲਵੈਂਟ ਔਰ ਸੋਲਿਊਸ਼ਨ ਦੀ ਐਨਰਜੀ ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਆ ਉਹ ਡਿਫਰੈਂਸ ਨੂੰ ਆਪਾਂ ਕਹਿੰਦੇ ਹਾਂ ਵਾਟਰ ਪੋਟੈਂਸ਼ੀਅਲ ਅਤੇ ਵਾਟਰ ਪੋਟੈਂਸ਼ੀਅਲ ਜਿਹੜਾ ਆ ਇਹਨੂੰ ਅਸੀਂ ਸਾਈ ਡਬਲਿਊ ਨਾਲ ਰਿਪਰੈਜ਼ੈਂਟ ਕਰਦੇ ਹਾਂ ਜਾਂ ਲਿਖਦੇ ਹਾਂ ਔਰ ਇਹਨੂੰ ਅਸੀਂ ਬਾਰਸ 'ਚ ਮੇਜਰ ਕਰਦੇ ਹਾਂ ਬਾਰਸ ਕੀ ਆ ਪ੍ਰੈਸ਼ਰ ਦੀ ਯੂਨਿਟ ਆ ਪ੍ਰੈਸ਼ਰ ਨੂੰ ਬਾਰਸ ਦੇ ਵਿੱਚ ਮੇਜਰ ਕਰਦੇ ਆ ਸੋ ਇਹ ਵਾਟਰ ਪੋਟੈਂਸ਼ੀਅਲ ਨੂੰ ਅਸੀਂ ਬਾਰਸ 'ਚ ਵੀ ਮੇਜਰ ਕਰ ਸਕਦੇ ਹਾਂ ਇਹਦੀ ਵੈਲਿਊ ਦਿੱਤੀ ਗਈ ਆ ਕਿ ਇਹ ਇਕੁਅਲ ਹੁੰਦਾ ਆ ਟੂ 14.5 ਇਹ ਬਾਰਸ ਆ IB ਪਰ ਓਬਲੀਕ IN² ਇਹ ਬਾਰ ਦੇ ਵਿੱਚ ਪ੍ਰੈਸ਼ਰ ਮੇਜਰ ਕੀਤਾ ਗਿਆ ਆ ਜਾਂ ਫਿਰ 750 ਮਿਲੀਮੀਟਰ HG ਔਰ 0.987 ਐਟਮੋਸਫੇਰਿਕ ਇਹ
ਵਾਟਰ ਪੋਟੈਂਸ਼ੀਅਲ ਦੀ ਸਟੈਂਡਰਡ ਯੂਨਿਟ ਆ। ਹੁਣ ਜੇਕਰ ਅਸੀਂ ਫੈਕਟਰਸ ਦੀ ਗੱਲ ਕਰੀਏ ਕਿ ਕਿਹੜੇ ਫੈਕਟਰਸ ਵਾਟਰ ਪੋਟੈਂਸ਼ੀਅਲ ਨੂੰ ਅਫੈਕਟ ਕਰਦੇ ਆ ਜਾਂ ਰੋਲ ਪਲੇ ਕਰਦੇ ਆ ਜਾਂ ਕੰਟਰੋਲ ਕਰਦੇ ਆ, ਤਾਂ ਫਸਟ ਜਿਹੜਾ ਫੈਕਟਰ ਹੈਗਾ ਉਹ ਹੈਗਾ ਸੋਲਿਊਟ ਪੋਟੈਂਸ਼ੀਅਲ। ਸੋਲਿਊਟ ਪੋਟੈਂਸ਼ੀਅਲ ਨੂੰ ਆਸਮੋਟਿਕ ਪੋਟੈਂਸ਼ੀਅਲ ਵੀ ਕਹਿੰਦੇ ਆ, ਅਤੇ ਇਹਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਬਾਏ ਸਾਈ ਐਸ। ਹੁਣ ਜੇ ਅਸੀਂ ਦੇਖੀਏ ਕਿ ਕਿਵੇਂ ਸੋਲਿਊਟ ਪੋਟੈਂਸ਼ੀਅਲ ਜਿਹੜਾ ਆ ਉਹ ਵਾਟਰ ਪੋਟੈਂਸ਼ੀਅਲ ਨੂੰ ਪਿਓਰ ਵਾਟਰ ਦੇ ਵਿੱਚ ਅਫੈਕਟ ਕਰਦਾ ਆ, ਤਾਂ ਅਗਰ ਅਸੀਂ ਪਾਣੀ ਦੇ ਵਿੱਚ ਕੋਈ ਸੋਲਿਊਟ ਐਡ ਕਰ ਦਈਏ ਤਾਂ ਸੋਲਿਊਸ਼ਨ ਬਣ ਜਾਊਗੀ। ਹੁਣ ਉਸ ਸੋਲਿਊਸ਼ਨ ਦੇ ਵਿੱਚ ਕੀ ਹੋਣਾ ਆ, ਜਿਵੇਂ ਜਿਵੇਂ ਸੋਲਿਊਟ ਪੋਟੈਂਸ਼ੀਅਲ ਇਨਕਰੀਜ਼ ਹੋਣਾ ਆ ਤਾਂ ਵਾਟਰ ਪੋਟੈਂਸ਼ੀਅਲ ਜਿਹੜਾ ਆ ਉਹ ਘਟੀ ਜਾਣਾ ਆ। ਤਾਂ ਓਬਵੀਅਸ ਹੈ ਕਿ ਪਿਓਰ ਵਾਟਰ ਦਾ ਹੀ ਵਾਟਰ ਪੋਟੈਂਸ਼ੀਅਲ ਜ਼ਿਆਦਾ ਰਹਿੰਦਾ ਆ। ਜਿੱਦਾਂ ਜਿੱਦਾਂ ਅਸੀਂ ਉਹਦੇ ਵਿੱਚ ਕੋਈ ਚੀਜ਼ ਐਡ ਕਰੀ ਜਾਣੀ ਆ, ਮਿਕਸਿੰਗ ਕਰੀ ਜਾਣੀ ਆ, ਤਾਂ ਜਿਹੜਾ ਸੋਲਿਊਟ ਪੋਟੈਂਸ਼ੀਅਲ ਆ ਉਹ ਇਨਕਰੀਜ਼ ਹੋ ਜਾਣਾ ਆ ਔਰ ਵਾਟਰ ਪੋਟੈਂਸ਼ੀਅਲ ਜਿਹੜਾ ਉਹ ਡਿਕਰੀਜ਼ ਹੋ ਜਾਣਾ ਹੈ। ਤਾਂ ਅਸੀਂ ਇਹਨੂੰ ਡਿਫਾਈਨ ਕਰ ਸਕਦੇ ਹਾਂ ਅਮਾਊਂਟ ਸੋਲਿਊਟ ਪੋਟੈਂਸ਼ੀਅਲ ਨੂੰ, ਕਿ ਅਮਾਊਂਟ ਬਾਏ ਵਿਚ ਦਾ ਵਾਟਰ ਪੋਟੈਂਸ਼ੀਅਲ ਇਜ਼ ਰਿਡਿਊਸਡ ਮਤਲਬ ਡਿਕਰੀਜ਼। ਤਾਂ ਇਹ ਜਿਹੜੀ ਸੋਲਿਊਟ ਪੋਟੈਂਸ਼ੀਅਲ ਦੀ ਵੈਲਿਊ ਆ ਉਹ ਹਮੇਸ਼ਾ ਨੈਗੇਟਿਵ ਹੁੰਦੀ ਹੈ। ਨੈਗੇਟਿਵ ਵੈਲਿਊਜ਼ ਜਾਂ ਨੈਗੇਟਿਵ ਨੰਬਰ ਹੁੰਦੇ ਆ। ਆਸਮੋਟਿਕ ਪੋਟੈਂਸ਼ੀਅਲ ਤੁਸੀਂ ਜੇ ਆਪਣੇ ਪਿੱਛੇ ਕੈਮਿਸਟਰੀ 'ਚ ਕਿਤੇ ਪੜ੍ਹਿਆ ਹੋਵੇ ਤਾਂ ਉਹ ਵੀ ਨੈਗੇਟਿਵ ਹੀ ਵੈਲਿਊਜ਼ ਉਹਦੀਆਂ ਹੁੰਦੀਆਂ ਆ। ਤਾਂ ਇੱਕ ਬਸ ਤੁਸੀਂ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਇਹੀ ਧਿਆਨ ਰੱਖਣਾ ਕਿ ਅਗਰ ਸੋਲਿਊਟ ਪੋਟੈਂਸ਼ੀਅਲ ਇਨਕਰੀਜ਼ ਹੁੰਦਾ ਆ, ਸੋਲਿਊਟ ਪੋਟੈਂਸ਼ੀਅਲ ਦਾ ਮਤਲਬ ਕੀ ਆ ਕਿ ਪਿਓਰ ਵਾਟਰ ਦੇ ਵਿੱਚ ਜਦੋਂ ਅਸੀਂ ਕੋਈ ਚੀਜ਼ ਐਡ ਕਰ ਦਿੰਦੇ ਆ ਉਹ ਸੋਲਿਊਸ਼ਨ ਬਣਦੀ ਆ, ਤਾਂ ਉਸ ਵੇਲੇ ਸੋਲਿਊਟ ਪੋਟੈਂਸ਼ੀਅਲ ਜਿਹੜਾ ਉਹ ਇਨਕਰੀਜ਼ ਹੋ ਜਾਂਦਾ ਆ, ਪਰ ਵਾਟਰ ਪੋਟੈਂਸ਼ੀਅਲ ਜਿਹੜਾ ਉਹ ਡਿਕਰੀਜ਼ ਹੁੰਦਾ ਆ ਅਤੇ ਨੈਗੇਟਿਵ ਵੈਲਿਊ ਹੁੰਦੀ ਹੈ ਇਹਦੀ। ਫਿਰ ਸੈਕਿੰਡ ਜਿਹੜਾ ਫੈਕਟਰ ਆ ਉਹ ਹੈਗਾ ਆ ਪ੍ਰੈਸ਼ਰ ਪੋਟੈਂਸ਼ੀਅਲ। ਇਹਨੂੰ ਅਸੀਂ ਸਾਈ ਪੀ ਨਾਲ ਰਿਪਰੈਜ਼ੈਂਟ ਕਰੀਦਾ, ਲਿਖੀਦਾ ਆ। ਹੁਣ ਇਹਦੇ ਵਿੱਚ ਕੀ ਹੋਣਾ ਆ, ਇਹ ਹਮੇਸ਼ਾ ਪੋਜ਼ੀਟਿਵ ਨੰਬਰਸ 'ਚ ਜਾਂ ਵੈਲਿਊਜ਼ 'ਚ ਅਸੀਂ ਲਿਖੀਦੇ ਆ। ਇਟ ਆਪਰੇਟਸ ਐਸ ਵਾਲ ਪ੍ਰੈਸ਼ਰ ਐਂਡ ਟਰਗਰ ਪ੍ਰੈਸ਼ਰ। ਹੁਣ ਵਾਲ ਪ੍ਰੈਸ਼ਰ ਔਰ ਟਰਗਰ ਪ੍ਰੈਸ਼ਰ ਥੋੜ੍ਹਾ ਜਿਹਾ ਤੁਹਾਨੂੰ ਬਾਅਦ ਸਮਝ ਆਏਗਾ। ਇੱਥੇ ਫਿਲਹਾਲ ਅਸੀਂ ਇੰਨਾ ਕੁ ਯਾਦ ਰੱਖਦੇ ਹਾਂ ਕਿ ਜੇ ਪ੍ਰੈਸ਼ਰ ਪੋਟੈਂਸ਼ੀਅਲ ਇਨਕਰੀਜ਼ ਹੁੰਦਾ ਆ ਤਾਂ ਵਾਟਰ ਪੋਟੈਂਸ਼ੀਅਲ ਵੀ ਇਨਕਰੀਜ਼ ਹੁੰਦਾ ਆ। ਇਹਦੇ ਵਿੱਚ ਫਿਕਸਡ ਆ। ਹੁਣ ਪ੍ਰੈਸ਼ਰ ਪੋਟੈਂਸ਼ੀਅਲ ਹੁੰਦਾ ਕੀ ਆ, ਸਪੋਜ਼ ਆਹ ਬੀਕਰ ਆ, ਬੀਕਰ ਦੇ ਵਿੱਚ ਅਸੀਂ ਪਾਣੀ ਲਿਆ ਆ। ਪਾਣੀ ਹੁਣ ਇਹਦੇ ਵਿੱਚ ਅਸੀਂ ਪ੍ਰੈਸ਼ਰ ਕਹਿ ਰਹੇ ਹਾਂ, ਤਾਂ ਪ੍ਰੈਸ਼ਰ ਅਗਰ ਅਸੀਂ ਉੱਪਰੋਂ ਲਗਾਇਆ ਤਾਂ ਇਹ ਜਿਹੜੇ ਵਾਟਰ ਮੋਲੀਕਿਊਲਸ ਥੋੜ੍ਹੇ ਜਿਹੇ ਥੱਲੇ ਨੂੰ ਖਿਸਕ ਜਾਣਗੇ। ਪ੍ਰੈਸ਼ਰ ਲੱਗੇਗਾ, ਸਪੋਜ਼ ਇਸ ਪੋਜੀਸ਼ਨ 'ਤੇ ਆ ਗਏ, ਤਾਂ ਇਹ ਜਿਹੜਾ ਪ੍ਰੈਸ਼ਰ ਪੋਟੈਂਸ਼ੀਅਲ ਆ ਜਾਂ ਐਨਰਜੀ ਆ, ਇੱਥੇ ਐਨਰਜੀ ਤਾਂ ਡਿਕਰੀਜ਼ ਹੋਏਗੀ ਬਟ ਜਿਹੜਾ ਵਾਟਰ ਪੋਟੈਂਸ਼ੀਅਲ ਆ ਉਹ ਇਨਕਰੀਜ਼ ਹੋਣਾ ਆ ਵਿਦ ਦਾ ਇਨਕਰੀਜ਼ ਇਨ ਦਾ ਪ੍ਰੈਸ਼ਰ ਪੋਟੈਂਸ਼ੀਅਲ। ਫਿਰ ਕੀ ਇੰਪੋਰਟੈਂਸ ਹੈ ਵਾਟਰ ਪੋਟੈਂਸ਼ੀਅਲ ਦੀ, ਜਾਂ ਅਸੀਂ ਕਿਉਂ ਪੜ੍ਹਦੇ ਹਾਂ ਵਾਟਰ ਪੋਟੈਂਸ਼ੀਅਲ। ਇਹਦੀ ਸੈੱਲ ਦੀ 3 ਕੰਡੀਸ਼ਨਸ ਆ। ਫਸਟ ਜਿਹੜਾ ਆ ਟਰਜਿਡ ਸੈੱਲ ਦੀ ਜੇ ਅਸੀਂ ਗੱਲ ਕਰੀਏ ਤਾਂ ਟਰਜਿਡ ਸੈੱਲ ਦੇ ਵਿੱਚ ਵਾਟਰ ਪੋਟੈਂਸ਼ੀਅਲ ਜਿਹੜਾ ਆ ਉਹ 0 ਹੁੰਦਾ ਆ। ਕਿਉਂ 0 ਹੁੰਦਾ ਆ, ਸਪੋਜ਼ ਆਹ ਇੱਕ ਟਰਜਿਡ ਸੈੱਲ ਆ। ਹੁਣ ਬਾਹਰੋਂ ਵਾਟਰ ਮੋਲੀਕਿਊਲਸ ਨੇ ਅੰਦਰ ਐਂਟਰ ਕਰਨਾ ਆ ਅਤੇ ਅੰਦਰ ਵੀ ਵਾਟਰ ਮੋਲੀਕਿਊਲਸ ਜਾਂ ਸੋਲਿਊਸ਼ਨ ਪ੍ਰੈਜ਼ੈਂਟ ਆ। ਤਾਂ ਬਾਹਰੋਂ ਜਦੋਂ ਵਾਟਰ ਨੇ ਅੰਦਰ ਮੂਵ ਕਰਨਾ ਆ ਤਾਂ ਸੈੱਲ ਦੀ ਵਾਲ 'ਤੇ ਜਿਹੜਾ ਪ੍ਰੈਸ਼ਰ ਲੱਗਣਾ ਉਹਨੂੰ ਅਸੀਂ ਕਹਿੰਦੇ ਹਾਂ ਵਾਲ ਪ੍ਰੈਸ਼ਰ। ਅੰਦਰ ਸੋਲਿਊਸ਼ਨ ਆ, ਇਹਨੇ ਵੀ ਇਸ ਸੈੱਲ ਦੀ ਵਾਲ 'ਤੇ ਪ੍ਰੈਸ਼ਰ ਲਗਾਉਣਾ ਜਿਹਨੂੰ ਆਪਾਂ ਕਹਿੰਦੇ ਹਾਂ ਟਰਗਰ ਪ੍ਰੈਸ਼ਰ। ਟਰਗਰ ਪ੍ਰੈਸ਼ਰ ਔਰ ਵਾਲ ਪ੍ਰੈਸ਼ਰ ਟਰਜਿਡ ਸੈੱਲ ਦੇ ਵਿੱਚ ਈਕੁਅਲ ਹੁੰਦੇ ਆ, ਦੋਨੋਂ ਬਰਾਬਰ ਹੁੰਦੇ ਆ। ਤਾਂ ਇਹਦੀ ਇਕੁਏਸ਼ਨ ਕੀ ਆ, ਮੈਂ ਇੱਥੇ ਪਹਿਲਾਂ ਆਪਾਂ ਥੋੜ੍ਹਾ ਜਿਹਾ ਦੇਖੀਏ। ਜੇ ਵਾਟਰ ਪੋਟੈਂਸ਼ੀਅਲ ਨੂੰ ਅਸੀਂ ਇਕੁਏਸ਼ਨ ਇਹਦੀ ਲਿਖਣੀ ਆ ਤਾਂ ਇਕੁਏਸ਼ਨ ਕੀ ਆ, ਸਾਈ ਡਬਲਿਊ ਮਤਲਬ ਵਾਟਰ ਪੋਟੈਂਸ਼ੀਅਲ ਬਰਾਬਰ ਹੁੰਦੀ ਆ, ਈਕੁਅਲ ਹੁੰਦੀ ਆ ਸੋਲਿਊਟ ਪੋਟੈਂਸ਼ੀਅਲ ਦੇ ਸਾਈ ਐਸ ਪਲੱਸ ਸਾਈ ਪੀ ਪ੍ਰੈਸ਼ਰ ਪੋਟੈਂਸ਼ੀਅਲ।
ਜਾਂ ਇਹਨੂੰ ਹੋਰ ਸਿੰਪਲ ਲਿਖਣਾ ਹੋਵੇ ਤਾਂ ਸਾਈ ਇਜ਼ ਇਕੁਅਲ ਟੂ ਪੀ ਪ੍ਰੈਸ਼ਰ ਪਲੱਸ ਸੋਲਿਊਟ ਪੋਟੈਂਸ਼ੀਅਲ, ਹੈ ਨਾ। ਪਰ ਅਸੀਂ ਆਹ ਵਾਲੀ ਫਸਟ ਵਾਲੀ ਜਿਹੜੀ ਇਕੁਏਸ਼ਨ ਆ ਉਹ ਜ਼ਿਆਦਾਤਰ ਲਿਖੀ ਦੀ ਆ। ਤਾਂ ਜਿਹੜੀ ਅਸੀਂ ਇੱਥੇ ਗੱਲ ਕੀਤੀ ਸੀਗੀ, ਹੁਣ ਅਸੀਂ ਜੇ ਇਹਦੇ ਟਰਜਿਡ ਸੈੱਲ ਦੇ ਵਿੱਚ ਦੇਖੀਏ ਕਿ ਸਾਈ ਡਬਲਿਊ ਇਜ਼ ਇਕੁਅਲ ਟੂ ਸਾਈ ਐਸ ਪਲੱਸ ਸਾਈ ਪੀ। ਸਪੋਜ਼ ਹੁਣ ਜਿਹੜਾ ਸੋਲਿਊਟ ਪੋਟੈਂਸ਼ੀਅਲ ਹੈ ਉਹ -2 ਆ, ਔਰ ਪ੍ਰੈਸ਼ਰ ਪੋਟੈਂਸ਼ੀਅਲ ਕਿਉਂਕਿ ਆਪਾਂ ਕਹਿ ਰਹੇ ਹਾਂ ਕਿ ਪ੍ਰੈਸ਼ਰ ਪੋਟੈਂਸ਼ੀਅਲ ਵੀ 2 ਆ, ਤਾਂ -2 ਔਰ +2, ਤਾਂ ਇਹ ਮਾਈਨਸ ਔਰ ਪਲੱਸ ਤਾਂ ਮਾਈਨਸ ਹੋ ਜਾਣਾ, 0 ਆਨਸਰ ਆਇਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਟਰਜਿਡ ਪੋਟੈਂਸ਼ੀਅਲ ਦੇ ਵਿੱਚ ਵਾਟਰ ਪੋਟੈਂਸ਼ੀਅਲ ਜਿਹੜਾ ਉਹ 0 ਆ, 0 ਹੁੰਦਾ ਆ। ਬਸ ਤੁਸੀਂ ਇਹ ਚੀਜ਼ ਯਾਦ ਰੱਖਣੀ ਆ ਕਿ ਟਰਜਿਡ ਸੈੱਲ ਦੇ ਵਿੱਚ ਵਾਟਰ ਪੋਟੈਂਸ਼ੀਅਲ 0 ਹੁੰਦਾ ਆ। ਕਿਉਂ 0 ਹੁੰਦਾ ਆ? ਕਿ ਵਾਟਰ ਪੋਟੈਂਸ਼ੀਅਲ ਇਜ਼ ਇਕੁਅਲ ਟੂ ਸੋਲਿਊਟ ਪਲੱਸ ਪ੍ਰੈਸ਼ਰ ਪੋਟੈਂਸ਼ੀਅਲ ਹੁੰਦਾ ਆ। ਸਪੋਜ਼ ਵਾਟਰ ਪੋਟੈਂਸ਼ੀਅਲ -2 ਆ ਤਾਂ ਪ੍ਰੈਸ਼ਰ ਪੋਟੈਂਸ਼ੀਅਲ ਪੋਜ਼ੀਟਿਵ, ਕਿਉਂਕਿ ਹਮੇਸ਼ਾ ਵੈਲਿਊ ਹੁੰਦੀ ਆ, ਤਾਂ ਉਹ 2 ਆ। -2 + 2 0, ਇਸ ਕਰਕੇ ਇਹ 0 ਹੁੰਦਾ ਆ। ਫਿਰ ਸੈਕਿੰਡ ਜਿਹੜਾ ਸੈੱਲ ਹੈਗਾ ਆ ਉਹ ਫਲੈਸਿਡ ਸੈੱਲ ਦੀ ਜੇ ਅਸੀਂ ਗੱਲ ਕਰੀਏ, ਹੁਣ ਫਲੈਸਿਡ ਸੈੱਲ ਦੇ ਵਿੱਚ ਜਿਹੜਾ ਪ੍ਰੈਸ਼ਰ ਪੋਟੈਂਸ਼ੀਅਲ ਹੁੰਦਾ ਆ ਉਹ 0 ਹੁੰਦਾ ਆ, ਹੁੰਦਾ ਹੀ ਨਹੀਂ। ਫਲੈਸਿਡ ਸੈੱਲ ਦੇ ਵਿੱਚ ਪ੍ਰੈਸ਼ਰ ਪੋਟੈਂਸ਼ੀਅਲ ਜਿਹੜਾ ਉਹ ਨਹੀਂ ਹੁੰਦਾ। ਸੋਲਿਊਟ ਪੋਟੈਂਸ਼ੀਅਲ ਨੈਗੇਟਿਵ 'ਚ ਹੁੰਦਾ ਆ, ਤਾਂ ਮੰਨ ਲਓ -2 ਹੈ। ਹੁਣ ਪ੍ਰੈਸ਼ਰ ਪੋਟੈਂਸ਼ੀਅਲ ਹੁੰਦਾ ਨਹੀਂ, 0 ਹੈ, -2 ਤਾਂ -2, ਤਾਂ ਵਾਟਰ ਪੋਟੈਂਸ਼ੀਅਲ ਦੀ ਵੈਲਿਊ ਕੀ ਹੋਣੀ ਆ? -2। ਮਤਲਬ ਵਾਟਰ ਪੋਟੈਂਸ਼ੀਅਲ ਫਲੈਸਿਡ ਸੈੱਲ ਦੇ ਵਿੱਚ ਘੱਟ ਹੁੰਦਾ ਆ। ਮੈਕਸੀਮਮ ਕੀ ਆ? 0। ਮਾਈਨਸ 'ਚ ਜੇ ਆ ਜਾਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਸੈੱਲ ਦਾ ਵਾਟਰ ਪੋਟੈਂਸ਼ੀਅਲ ਜਿਹੜਾ ਉਹ ਘੱਟ ਆ, ਠੀਕ ਹੈ। ਫਿਰ ਤੀਸਰਾ ਜਿਹੜਾ ਸੈੱਲ ਹੈਗਾ ਆ ਉਹ ਹੈਗਾ ਆ ਪਲਾਸਮੋਲਾਈਜ਼ ਸੈੱਲ ਦੀ। ਜੇ ਅਸੀਂ ਗੱਲ ਕਰੀਏ, ਤੀਸਰੀ ਕੰਡੀਸ਼ਨ ਸੀ ਪਲਾਸਮੋਲਾਈਜ਼ ਸੈੱਲ। ਹੁਣ ਪਲਾਸਮੋਲਾਈਜ਼ ਸੈੱਲ ਦੇ ਵਿੱਚ ਜਿਹੜਾ ਪ੍ਰੈਸ਼ਰ ਪੋਟੈਂਸ਼ੀਅਲ ਆ ਉਹ ਸਪੋਜ਼ -2 ਆ, ਔਰ ਸੋਲਿਊਟ ਪੋਟੈਂਸ਼ੀਅਲ ਸਪੋਜ਼ -3 ਆ, ਤਾਂ ਵਾਟਰ ਪੋਟੈਂਸ਼ੀਅਲ -2 -3 ਪਲੱਸ ਹੋ ਗਿਆ, ਤਾਂ ਸਾਈਨ ਵੱਡੇ ਦਾ ਰਹਿਣਾ ਆ, -5 ਹੋ ਗਿਆ। ਹੁਣ ਇਹਨੂੰ ਅਸੀਂ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਪਲਾਸਮੋਲਾਈਜ਼ ਸੈੱਲ ਦੇ ਵਿੱਚ ਵਾਟਰ ਪੋਟੈਂਸ਼ੀਅਲ ਹੋਰ ਵੀ ਘੱਟ ਹੁੰਦਾ ਆ, ਠੀਕ ਹੈ। -5 ਮਤਲਬ ਹੋਰ ਵੀ ਘੱਟ ਹੁੰਦਾ ਆ ਬਾਕੀਆਂ ਨਾਲ, ਦੂਸਰੇ ਸੈੱਲਸ ਨਾਲੋਂ, ਟਰਜਿਡ ਜਾਂ ਫਲੈਸਿਡ ਸੈੱਲ ਨਾਲੋਂ। ਹੁਣ ਜੇ ਅਸੀਂ ਗੱਲ ਕਰੀਏ, ਸਪੋਜ਼ ਆਹ 2 ਸੈੱਲ ਆ, ਸੈੱਲ A ਔਰ ਸੈੱਲ B, ਮੂਵਮੈਂਟ ਆਫ ਵਾਟਰ ਦੀ ਜੇ ਗੱਲ ਕਰੀਏ ਇਨ ਰਿਗਾਰਡਿੰਗ ਟੂ ਵਾਟਰ ਪੋਟੈਂਸ਼ੀਅਲ, ਤਾਂ ਸਪੋਜ਼ ਆਹ ਸੈੱਲ A ਆ ਔਰ ਆਹ ਸੈੱਲ B ਆ। ਸੈੱਲ A ਦੇ ਵਿੱਚ ਵਾਟਰ ਪੋਟੈਂਸ਼ੀਅਲ ਜਿਹੜਾ ਹਾਇਰ ਆ, ਔਰ B ਦੇ ਵਿੱਚ ਵਾਟਰ ਪੋਟੈਂਸ਼ੀਅਲ ਜਿਹੜਾ ਲੋ ਆ। ਤਾਂ ਵਾਟਰ ਮੋਲੀਕਿਊਲਸ ਕਿਵੇਂ ਮੂਵ ਕਰਨਗੇ? ਵਾਟਰ ਮੋਲੀਕਿਊਲਸ ਵਿਲ ਮੂਵ ਫਰੋਮ ਹਾਇਰ ਵਾਟਰ ਪੋਟੈਂਸ਼ੀਅਲ ਟੂ ਲੋਅਰ ਵਾਟਰ ਪੋਟੈਂਸ਼ੀਅਲ। ਇਹ ਹਮੇਸ਼ਾ ਯਾਦ ਰੱਖਣਾ ਆ। ਵਾਟਰ ਪੋਟੈਂਸ਼ੀਅਲ ਦੇ ਰਿਗਾਰਡਿੰਗ ਵਾਟਰ ਦੀ ਮੂਵਮੈਂਟ ਕਿਵੇਂ ਹੋਏਗੀ? ਵਾਟਰ ਵਿਲ ਆਲਵੇਜ਼ ਮੂਵ ਫਰੋਮ ਹਾਇਰ ਵਾਟਰ ਪੋਟੈਂਸ਼ੀਅਲ ਟੂ ਲੋਅਰ ਵਾਟਰ ਪੋਟੈਂਸ਼ੀਅਲ। ਇਹੀ ਇਹਦਾ ਕਨਕਲੂਜਨ ਆ ਇਸ ਚੈਪਟਰ ਦਾ। ਤਾਂ ਜਿਵੇਂ ਹੁਣ ਆਹ ਪਲਾਂਟਸ ਆ, ਆਪਾਂ ਕਹਿ ਰਹੇ ਹਾਂ ਸੋਇਲ ਆ, ਜਿਹੜੇ ਰੂਟਸ ਆ, ਰੂਟ ਹੇਅਰ ਆ, ਸੋਇਲ ਤੋਂ ਵਾਟਰ ਐਬਜ਼ੋਰਬ ਕਰਦੀ ਆ, ਅਤੇ ਫਿਰ ਉੱਪਰ ਸਟੈਮ, ਲੀਵਸ ਆ, ਲੀਵਸ ਤੱਕ ਪਾਣੀ ਪਹੁੰਚਦਾ ਆ। ਤਾਂ ਰੂਟਸ ਦੇ ਵਿੱਚ ਹਮੇਸ਼ਾ ਵਾਟਰ ਪੋਟੈਂਸ਼ੀਅਲ ਜਿਹੜਾ ਆ ਉਹ ਹਾਇਰ ਹੁੰਦਾ ਆ ਐਜ਼ ਕੰਪੇਅਰ ਟੂ ਸਟੈਮ ਔਰ ਲੀਵਸ। ਤਾਂ ਵਾਟਰ ਮੂਵਸ ਫਰੋਮ ਹਾਇਰ ਵਾਟਰ ਪੋਟੈਂਸ਼ੀਅਲ ਟੂ ਲੋਅਰ ਵਾਟਰ ਪੋਟੈਂਸ਼ੀਅਲ। ਇਹ ਸਾਨੂੰ ਦਿਖਦਾ ਆ ਸਾਕਸ਼ਾਤ ਜੇ ਅਸੀਂ ਪ੍ਰੈਕਟੀਕਲ ਕਰੀਏ ਪਲਾਂਟਸ ਦੇ ਵਿੱਚ। ਤਾਂ ਕੁੱਲ ਮਿਲਾ ਕੇ ਵਾਟਰ ਪੋਟੈਂਸ਼ੀਅਲ ਜਿਹੜਾ ਆ ਬੇਟਾ ਕੁਛ ਨਹੀਂ ਹੈਗਾ, ਵਾਟਰ ਔਰ ਪੋਟੈਂਸ਼ੀਅਲ ਮਤਲਬ ਹੁੰਦਾ ਐਨਰਜੀ। ਤਾਂ ਪਾਣੀ ਦੇ ਮੋਲੀਕਿਊਲਸ ਦੇ ਵਿੱਚ ਜਿਹੜੀ ਐਨਰਜੀ ਹੁੰਦੀ ਆ ਟੂ ਡੂ ਵਰਕ, ਹੁਣ ਵਰਕ ਕੀ ਕਰਨਾ ਆ?
ਇਹਨਾਂ ਨੇ ਮੂਵਮੈਂਟ ਹੀ ਕਰਨੀ ਆ। ਸਪੋਜ਼ ਆ ਬੀਕਰ ਆ ਪਾਣੀ ਆ ਤਾਂ ਇਹ ਇਹਦੇ ਵਿੱਚ ਇੱਦਾਂ ਚੱਲਦਾ ਆ, ਇਹੀ ਇਹਦਾ ਕੰਮ ਆ। ਇਸੇ ਕੰਮ ਨੂੰ ਕਰਨ ਲਈ ਇਹਨਾਂ ਨੂੰ ਐਨਰਜੀ ਚਾਹੀਦੀ ਹੁੰਦੀ ਆ। ਹੁਣ ਪਿਓਰ ਵਾਟਰ ਦੇ ਵਿੱਚ ਮੈਕਸੀਮਮ ਮੋਲੀਕਿਊਲਸ ਵਾਟਰ ਦੇ ਹੀ ਹੁੰਦੇ ਆ, ਕੁਛ ਹੋਰ ਨਹੀਂ ਮਿਲਿਆ ਹੁੰਦਾ, ਤਾਂ ਉੱਥੇ ਐਨਰਜੀ ਵੀ ਉਹਨਾਂ ਦੀ ਮੈਕਸੀਮਮ ਹੁੰਦੀ ਆ ਉਹਨਾਂ ਦੇ ਵਿੱਚ। ਅਤੇ ਜਦੋਂ ਮੈਕਸੀਮਮ ਐਨਰਜੀ ਹੋਈ ਤਾਂ ਉਹਨਾਂ ਦਾ ਕੰਮ ਕਰਨ ਦੀ ਕਪੈਸਿਟੀ ਜਿਹੜੀ ਉਹ ਵੀ ਜ਼ਿਆਦਾ ਹੋਏਗੀ, ਮਤਲਬ ਵਾਟਰ ਪੋਟੈਂਸ਼ੀਅਲ ਵੀ ਜ਼ਿਆਦਾ ਹੋਏਗਾ। ਜਦੋਂ ਅਸੀਂ ਇਹਦੇ ਵਿੱਚ ਕੁਛ ਮਿਕਸ ਕਰ ਦੇਣਾ ਆ ਸੋਲਿਊਟ, ਹੈ ਨਾ, ਅਤੇ ਇਹ ਬਣ ਗਿਆ ਸੋਲਿਊਸ਼ਨ, ਇਹਦਾ ਹੁਣ ਵਾਟਰ ਪੋਟੈਂਸ਼ੀਅਲ ਜਿਹੜਾ ਘੱਟ ਹੋ ਜਾਣਾ ਆ। ਪਿਓਰ ਵਾਟਰ ਦਾ ਵਾਟਰ ਪੋਟੈਂਸ਼ੀਅਲ ਮੈਕਸੀਮਮ ਹੁੰਦਾ ਆ 0, ਔਰ ਸੋਲਿਊਟ ਔਰ ਪ੍ਰੈਸ਼ਰ ਪੋਟੈਂਸ਼ੀਅਲ ਇਹ ਸੋਲਿਊਟ ਜਿਹੜਾ ਪੋਟੈਂਸ਼ੀਅਲ ਹੈ ਉਹ ਹਮੇਸ਼ਾ ਨੈਗੇਟਿਵ ਵੈਲਿਊ 'ਚ ਹੁੰਦਾ ਆ, ਔਰ ਪ੍ਰੈਸ਼ਰ ਜਿਹੜਾ ਪੋਟੈਂਸ਼ੀਅਲ ਹੈ ਉਹ ਹਮੇਸ਼ਾ ਪੋਜ਼ੀਟਿਵ ਵੈਲਿਊ 'ਚ ਹੁੰਦਾ ਆ। ਅਤੇ ਇਹ ਜੇ ਤੁਹਾਨੂੰ ਇਹ 2 ਗੱਲਾਂ ਸਮਝ ਆ ਗਈਆਂ ਤਾਂ ਵਾਟਰ ਪੋਟੈਂਸ਼ੀਅਲ ਜਿਹੜਾ ਸਾਰਾ ਆਪੇ ਹੀ ਸਮਝ ਆ ਜਾਣਾ। ਹੁਣ ਇਹਦੇ ਵਿੱਚ ਪ੍ਰੈਸ਼ਰ ਔਰ ਸੋਲਿਊਟ ਪੋਟੈਂਸ਼ੀਅਲ ਤੋਂ ਇਲਾਵਾ ਇੱਕ ਪੁਆਇੰਟ ਹੋਰ ਹੈਗਾ ਆ ਮੈਟ੍ਰਿਕ ਪੋਟੈਂਸ਼ੀਅਲ। ਹੁਣ ਮੈਟ੍ਰਿਕ ਪੋਟੈਂਸ਼ੀਅਲ ਅਸੀਂ ਆਮ ਨਹੀਂ, ਸਿਰਫ ਜਿੱਥੇ ਕਲੇ ਪਾਰਟੀਕਲਸ ਪਾਣੀ 'ਚ ਮਿਲੇ ਹੁੰਦੇ ਆ ਉਹ ਨਾ ਉਸ ਕਹਿ ਲਓ ਚੀਜ਼ ਦੇ ਵਿੱਚ ਜਾਂ ਉਸ ਸੋਲਿਊਸ਼ਨ ਦੇ ਵਿੱਚ ਹੀ ਅਸੀਂ ਸਿਰਫ ਮੈਟ੍ਰਿਕ ਪੋਟੈਂਸ਼ੀਅਲ ਸਟੱਡੀ ਕਰਦੇ ਹਾਂ। ਸਾਈ ਐਮ ਨਾਲ ਅਸੀਂ ਇਹਨੂੰ ਡਿਨੋਟ ਕਰਦੇ ਹਾਂ। ਤਾਂ ਮੈਟ੍ਰਿਕ ਇਜ਼ ਯੂਜ਼ਡ ਫॉर ਸਰਫੇਸ ਆਫ ਹਾਈਡਰੋਫਿਲਿਕ ਕੋਲਾਈਡਸ। ਹਾਈਡਰੋਫਿਲਿਕ ਕੋਲਾਈਡਸ ਕੀ ਹੁੰਦੇ, ਜਿੱਦਾਂ ਕਲੇ ਹੋ ਗਿਆ, ਮਿੱਟੀ ਹੋ ਗਈ, starch, polysaccharides, proteins, to which the water molecules are adsorbed. Adsorbed मतलब जुड़ना, उस clay glue surface ਦੇ ਨਾਲ ਜਿਹੜੇ ਵਾਟਰ ਮੋਲੀਕਿਊਲਸ ਜੁੜੇ ਹੁੰਦੇ ਆ। ਯੂਜੂਅਲੀ ਕੀ ਹੁੰਦਾ ਆ, ਹਾਈਡਰੋਫਿਲਿਕ ਜਿਹੜੇ ਸਰਫੇਸਿਸ ਜਾਂ ਕਲੇਜ਼ ਦੇ, ਪ੍ਰੋਟੀਨਸ ਦੇ, ਇਹਨਾਂ ਦੇ ਵਿੱਚ ਜ਼ਿਆਦਾ ਨੈਗੇਟਿਵ ਚਾਰਜਸ ਹੁੰਦੇ ਆ, unbalanced negative charges, with which positive sides of water molecules get attached। मतलब ਨੈਗੇਟਿਵ ਕਲੇ ਦੇ ਵਿੱਚ ਨੈਗੇਟਿਵ ਚਾਰਜ ਹੋਏਗਾ, ਵਾਟਰ ਪੋਜ਼ੀਟਿਵ ਆ ਤਾਂ ਈਜ਼ੀਲੀ ਜੁੜ ਜਾਂਦੇ ਆ। ਇਹਨੂੰ ਅਸੀਂ ਐਡਜ਼ੋਰਪਸ਼ਨ ਕਹਿੰਦੇ ਆ, ਜੋੜਨਾ। ਐਡਜ਼ੋਰਪਸ਼ਨ ਆਫ ਵਾਟਰ ਮੋਲੀਕਿਊਲਸ ਔਨ ਦਾ ਸਰਫੇਸ ਆਫ ਕਹਿ ਲਓ ਕਲੇ, ਹੁਣ ਕਲੇ ਜਾਂ ਪ੍ਰੋਟੀਨ, ਹਾਈਡਰੋਫਿਲਿਕ ਕੋਲਾਈਡਸ lose much of their energy and results in the build up of metric potential। ਹੁਣ ਜਦੋਂ ਇਹਨਾਂ ਨੇ ਜੁੜਨਾ ਆ ਪੋਜ਼ੀਟਿਵ ਨੈਗੇਟਿਵ ਚਾਰਜਸ ਨੇ ਤਾਂ ਉੱਥੇ ਐਨਰਜੀ, ਜ਼ਿਆਦਾ ਐਨਰਜੀ ਖਰਚ ਹੋ ਜਾਂਦੀ ਹੈ ਜੁੜਨ ਕਰਨ 'ਚ, ਤਾਂ ਉੱਥੇ ਮੈਟ੍ਰਿਕ ਪੋਟੈਂਸ਼ੀਅਲ ਡਿਵੈਲਪ ਹੁੰਦਾ ਆ। ਠੀਕ ਹੈ, ਇਟ ਹੈਜ਼, ਇਹਦੀ ਵੀ ਮੈਟ੍ਰਿਕ ਪੋਟੈਂਸ਼ੀਅਲ ਦੀ ਵੀ ਨੈਗੇਟਿਵ ਵੈਲਿਊ ਹੁੰਦੀ ਆ। ਇੱਦਾਂ ਦੇ ਪੋਟੈਂਸ਼ੀਅਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਇੰਪੋਰਟੈਂਟ ਕੰਪੋਨੈਂਟ ਆ ਵਾਟਰ ਪੋਟੈਂਸ਼ੀਅਲ ਦਾ। ਸਾਈ, ਹੁਣ ਇਕੁਏਸ਼ਨ ਕੀ ਬਣ ਜਾਊਗੀ, ਸਾਈ ਇਜ਼ ਇਕੁਅਲ ਟੂ, ਮਤਲਬ ਵਾਟਰ ਪੋਟੈਂਸ਼ੀਅਲ ਇਜ਼ ਇਕੁਅਲ ਟੂ ਪ੍ਰੈਸ਼ਰ ਪੋਟੈਂਸ਼ੀਅਲ, ਸੋਲਿਊਟ ਪੋਟੈਂਸ਼ੀਅਲ, ਮੈਟ੍ਰਿਕ ਪੋਟੈਂਸ਼ੀਅਲ, ਤਿੰਨੋਂ ਪਲੱਸ ਕਰ ਦੇਣੇ ਆ। ਇਹ ਸਿਰਫ ਉਹਨਾਂ ਸੈਲਸ ਜਾਂ ਟਿਸ਼ੂਜ਼ ਦੇ ਵਿੱਚ ਹੁੰਦਾ ਹੈ ਜਿੱਥੇ ਕੋਲਾਈਡਲ ਪਾਰਟੀਕਲਸ ਪ੍ਰੈਜ਼ੈਂਟ ਹੁੰਦੇ ਆ, ਹੈ ਨਾ, ਪ੍ਰੋਟੀਨਸ ਵਗੈਰਾ ਜਿਹੜੇ ਸੈੱਲ ਦੇ ਵਿੱਚ ਜ਼ਿਆਦਾ ਪ੍ਰੈਜ਼ੈਂਟ ਹੋਣੇ ਆ। ਕਾਮਨਲੀ ਇਹ ਨਹੀਂ ਦੇਖਿਆ ਜਾਂਦਾ, ਪਰ ਜਿੱਥੇ ਕਲੇ ਔਰ ਵਾਟਰ ਦਾ ਸੋਲਿਊਸ਼ਨ ਹੋਵੇ ਜਾਂ ਫਿਰ ਜਿੱਥੇ ਪ੍ਰੋਟੀਨ ਮਿਕਸ ਹੋਣ ਵਾਟਰ ਦੇ ਵਿੱਚ, ਉੱਥੇ ਮੈਟ੍ਰਿਕ ਪੋਟੈਂਸ਼ੀਅਲ ਜਿਹੜਾ ਜ਼ਿਆਦਾ ਲੱਗਦਾ ਆ। ਇਹ ਸੀਗਾ ਵਾਟਰ ਪੋਟੈਂਸ਼ੀਅਲ। ਅਤੇ ਜੇ ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।